ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬੈਨ ਰੋਗ ਰਜਾਈਆਂ ਦਾ ਓਗਣ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆ, ਬਿੰਗ ਕਸਾਈਆਂ ਦਾ ਸਹਿਣਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜਦਾ ਸਾਨੂੰ ਸਤਰ ਚੰਗਾ, ਪਟ ਖੇੜਿਆਂ ਦਾ ਰਹਿਣਾ, ਪਟ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਅੱਜ ਅਸੀਂ ਉਸ ਸਥਾਨ ਤੇ ਆਏ ਹਾਂ ਜਿਸ ਸਥਾਨ ਤੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸੇ ਦੀ ਨਦੀ ਤੇ ਜਦੋਂ ਉਹਨਾਂ ਦਾ ਪਰਿਵਾਰ ਵਿਛੜਿਆ ਤੇ ਚਮਕੌਰ ਦੀ ਜੰਗ ਤੋਂ ਬਾਅਦ ਉਹ ਚੱਲ ਕੇ ਆਏ ਸਨ, ਜਿੱਥੇ ਉਹਨਾਂ ਨੇ ਜੰਡ ਦੇ ਥੱਲੇ ਟਿੰਡ ਦਾ ਸਰਾਣਾ ਲੈ ਕੇ ਪ੍ਰਮਾਤਮਾ ਦੇ ਨਾਂ ਦੇ ਉੱਤੇ ਇੱਕ ਸੰਦੇਸ਼ ਭੇਜਿਆ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਸੇ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਧੀਆ ਇੰਟਰਨੈਸ਼ਨਲ ਸਿੱਖ ਮਿਊਜ਼ੀਅਮ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਚਲੋ ਮਾਰਗ ਗੋਬਿੰਦ ਦੇ ਤਹਿਤ ਆਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਦੀਆਂ ਸਾਰੀਆਂ ਪੇਂਟਿੰਗਸ ਲਗਾਈਆਂ ਗਈਆਂ ਨੇ। ਤੇ ਉਹ ਪੇਂਟਿੰਗਸ ਜਿਸ ਸ਼ਖਸੀਅਤ ਨੇ ਬਣਾਈਆਂ ਨੇ, ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਮਾਛੀਵਾੜੇ ਦੀ ਧਰਤੀ ਤੇ ਆਏ ਹਾਂ। ਤੇ ਉਹ ਸ਼ਖਸੀਅਤ ਮੇਰੇ ਨਾਲ ਹੈ ਸਰਦਾਰ ਜਗਦੀਸ਼ ਸਿੰਘ ਬਰਾੜ। ਬਰਾੜ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਦੂਰਦਰਸ਼ਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਅਜਾਇਬ ਘਰ ਬਣਾਇਆ, ਇਹਦੀ ਜਗ੍ਹਾ ਖਰੀਦ ਕੇ ਇਹਦੇ ਉੱਪਰ ਬਿਲਡਿੰਗ ਬਣਾਈ ਤੇ ਜਿਹੜੇ ਚਿੱਤਰ ਤਾਂ ਬਣਾਏ ਔਰ ਇਹਦੇ ਉੱਪਰ ਤਕਰੀਬਨ 2 ਕਰੋੜ ਦੇ ਗੇੜ ਵਿੱਚ ਜਿਹੜਾ ਖਰਚਾ ਹੋਇਆ ਇਹਦੇ ਉੱਪਰ। ਔਰ ਇਹਦੀ ਰਜਿਸਟਰੀ ਮੈਂ ਆਪਣੇ ਨਾਂ ਨਹੀਂ ਕਰਾਈ। ਕਿਸ ਦੇ ਨਾਂ ਤੇ ਕਰਾਈ ਹੈ ਫਿਰ ਉਹ ਰਜਿਸਟਰੀ? ਅਸੀਂ ਨਾ ਇੱਕ ਜਿਹੜਾ ਅਜਾਇਬ ਘਰ ਦਾ ਟਰਸਟ ਬਣਾਇਆ ਹੋਇਆ ਤੇ ਉਹ ਟਰਸਟ ਜਿਹਦੇ ਵਿੱਚ ਦਾਸ ਉਹਦਾ ਚੇਅਰਮੈਨ ਤੇ ਨਾਲ ਉਹ ਟਰਸਟੀ ਮੈਂਬਰ ਨੇ 5 ਮੈਂਬਰ। ਤੇ ਇਹ ਰਜਿਸਟਰੀ ਜਿਹੜੀਆਂ ਮੈਂ ਇਹ ਸਿੱਖ ਅਜਾਇਬ ਘਰ ਜਿਹੜਾ ਟਰਸਟ ਬਣਿਆ ਅਜਾਇਬ ਘਰ ਦੇ ਨਾਂ ਦੇ ਉੱਪਰ ਕਰਵਾਈ ਹੈ। ਔਰ ਉਹਦੇ ਵਿੱਚ ਬਕਾਇਦਾ ਇਹ ਮਤਾ ਪਾਇਆ ਗਿਆ ਵੀ ਇਹ ਪ੍ਰਾਪਰਟੀ ਗੁਰੂ ਘਰ ਦੀ ਹੋਊਗੀ। ਇਹਦੇ ਵਿੱਚ ਕੇਵਲ ਤੇ ਕੇਵਲ ਜਿਹੜਾ ਸਿੱਖ ਇਤਿਹਾਸ ਉਹਦੇ ਚਿੱਤਰ ਹੋਣਗੇ। ਔਰ ਇਹਦੇ ਵਿੱਚ ਜਿਹੜਾ ਬੱਚਿਆਂ ਨੂੰ ਕਥਾ ਕੀਰਤਨ ਸਿਖਾਉਣ ਦਾ ਹੋਊਗਾ। ਇਹਦੇ ਵਿੱਚ ਧਾਰਮਿਕ ਜਿਹੜੀਆਂ ਸਿੱਖ ਪੰਥ ਦੀਆਂ ਗੱਲਾਂ ਉਹ ਸਾਰੀਆਂ ਡਿਊਟੀਆਂ ਨਿਭਾਈਆਂ ਜਾਣਗੀਆਂ ਔਰ ਮੈਡੀਕਲ ਕੈਂਪ ਵਗੈਰਾ ਅਸੀਂ ਲਾਉਨੇ ਆ ਔਰ ਉਹ ਲਾਏ ਜਾਣਗੇ। ਇਹ ਕੇਵਲ ਤੇ ਕੇਵਲ ਜਿਹੜੀ ਪ੍ਰਾਪਰਟੀ ਆ ਇਹ ਗੁਰੂ ਘਰ ਦੀਆਂ ਸੰਗਤਾਂ ਦੀ ਆ। ਇਹ ਬਕਾਇਦਾ ਰਜਿਸਟਰੀ ਅਸੀਂ ਕਰਵਾ ਕੇ ਉਹਦੀ ਕਾਪੀਆਂ ਅਸੀਂ ਜਿਹੜਾ ਉੱਥੇ ਮੇਨ ਲਾਈਆਂ ਹੋਈਆਂ ਨੇ। ਬਰਾੜ ਸਾਹਿਬ, ਮੈਂ ਕਿਉਂਕਿ ਤੁਸੀਂ ਬਹੁਤ ਵਧੀਆ ਮਿਊਜ਼ੀਅਮ ਬਣਾਇਆ ਹੈ, ਬਹੁਤ ਵਧੀਆ, ਜਿਸ ਨੂੰ ਇੰਟਰਨੈਸ਼ਨਲ ਸਿੱਖ ਅਜਾਇਬ ਘਰ ਦਾ ਨਾਂ ਦਿੱਤਾ ਹੈ, ਉਸ ਦੇ ਵਿੱਚ ਬਹੁਤ ਵਧੀਆ ਪੇਂਟਿੰਗਸ ਤੁਸੀਂ ਲਗਾਈਆਂ ਨੇ। ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਇਹਨਾਂ ਪੇਂਟਿੰਗਸ ਬਾਰੇ ਮੈਂ ਬਾਅਦ 'ਚੋਂ ਪੁੱਛਦਾ, ਲੇਕਿਨ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਜਾਗਿਆ? ਕੀ ਤੁਸੀਂ ਕੋਈ ਡਰਾਇੰਗ ਦਾ ਕੋਰਸ ਕੀਤਾ ਸੀ ਜਾਂ ਤੁਸੀਂ ਸ਼ੌਕੀਨ ਦੇ ਤੌਰ 'ਤੇ, ਸ਼ੌਕੀਆ ਤੌਰ 'ਤੇ ਪੇਂਟਿੰਗਸ ਬਣਾਈਆਂ? ਡਾਬਰਾ ਸਾਹਿਬ, ਜਿਹੜਾ ਇਹ ਸ਼ੌਕ ਆ ਮੈਨੂੰ ਬਚਪਨ ਤੋਂ ਸੀ।
ਸਕੂਲ ਤੋਂ ਲੈ ਕੇ ਕਾਲਜ ਤੱਕ ਮੈਂ ਹਰ ਸਾਲ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜਾ ਚਿੱਤਰ ਬਣਾਉਂਦਾ ਸੀ, ਇੱਕ ਪੇਂਟਿੰਗ ਬਣਾਉਂਦਾ ਸੀ। ਤੇ ਇਹ ਮੇਰਾ ਸ਼ੌਕ ਸਕੂਲ ਤੋਂ ਲੈ ਕੇ ਕਾਲਜ ਤੱਕ ਚੱਲਦਾ ਰਿਹਾ। ਮੈਂ ਕੋਈ ਡਰਾਇੰਗ ਨਹੀਂ ਪੜ੍ਹਿਆ, ਨਾ ਕੋਈ ਕਿਸੇ ਕੋਲੇ ਸਿੱਖਿਆ, ਨਾ ਕੋਈ ਵਿਰਾਸਤ ਵਿੱਚ, ਪਰ ਮਨ ਵਿੱਚ ਇੱਕ ਜਿਹੜਾ ਚਾਅ ਸੀ ਵੀ ਜਿਹੜਾ ਸਾਡਾ ਸਿੱਖ ਇਤਿਹਾਸ ਆ ਵੀ ਉਹ ਚਿੱਤਰਾਂ ਰਾਹੀਂ ਪੇਸ਼ ਕੀਤਾ ਜਾਵੇ। ਅਤੇ ਮੈਂ ਗੁਰਦੁਆਰਾ ਚਰਨ ਕਮਲ ਸਾਹਿਬ ਇੱਥੇ ਗੁਰੂ ਘਰ ਜਦੋਂ ਨਤਮਸਤਕ ਹੋਣ ਲਈ ਆਉਂਦਾ ਸੀ ਅਤੇ ਇੱਥੇ ਜਿਹੜੇ ਗੁਰੂ ਘਰ ਦੇ ਵਿੱਚ ਹੋਰ ਸਿੰਘ ਸੀ ਅਤੇ ਉਹ ਮੈਨੂੰ ਇਹ ਕਹਿੰਦੇ ਸੀ ਵੀ ਤੂੰ ਜਿਹੜੇ ਚਿੱਤਰ ਬਣਾਉਣਾ ਵੀ ਇਹਨਾਂ ਨੂੰ ਹੋਰ ਬਣਾ ਅੱਗੇ। ਅਤੇ ਮੇਰੇ ਮਨ ਵਿੱਚ ਵੀ ਇਹ ਭਾਵਨਾ ਆਈ ਵੀ ਮੈਂ ਜਿਹੜਾ ਸਾਡਾ ਸਿੱਖ ਇਤਿਹਾਸ ਆ ਉਹ ਚਿੱਤਰਾਂ ਰਾਹੀਂ ਸਿੱਖ ਕੌਮ ਦੇ ਅੱਗੇ ਪੇਸ਼ ਕਰਾਂ, ਇੱਕ ਸੰਦੇਸ਼ ਚਿੱਤਰਾਂ ਰਾਹੀਂ ਦੇਵਾਂ। ਤੇ ਸਭ ਤੋਂ ਪਹਿਲਾਂ ਜਿਹੜੀ ਲੜੀ ਤੁਸੀਂ ਬਣਾਈ ਹੈ ਇਹ ਚਲੋ ਮਾਰ ਗੋਬਿੰਦ ਦੀ, ਇਹ ਕਿੱਥੋਂ ਤਿਆਰ ਕੀਤੀ, ਕਿਸ ਤਰ੍ਹਾਂ ਤੁਹਾਡੀ ਸੋਚ ਦੇ ਵਿੱਚ ਆਇਆ ਤੇ ਕਿਸ ਤਰ੍ਹਾਂ ਫਿਰ ਤੁਸੀਂ ਇਹਨਾਂ ਨੂੰ ਬਣਾਇਆ? ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਜਿਹੜਾ ਟਿੰਡ ਸਰਾਣਾ ਲਾ ਕੇ ਵਿਸ਼ਰਾਮ ਕਰਨ ਦਾ ਜਿਹੜਾ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਚਿੱਤਰ ਬਣਾਇਆ। ਅਤੇ ਉਸ ਤੋਂ ਬਾਅਦ ਵਿੱਚ ਫਿਰ ਜਿਹੜਾ ਮਨ ਵਿੱਚ ਆਇਆ, ਮੈਂ ਕਿਤਾਬਾਂ ਪੜ੍ਹੀਆਂ ਵੀ ਸਾਡਾ ਜਿਹੜਾ ਸਿੱਖ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਮਾਰਗ ਸਿੱਖ ਇਤਿਹਾਸ ਦਾ ਜਿਹੜਾ ਮੇਨ ਇਤਿਹਾਸ ਆ। ਅਤੇ ਮੈਂ ਫਿਰ ਇਹ ਸ਼ੁਰੂਆਤ ਕੀਤੀ ਅਤੇ ਹਰ ਸਾਲ ਜਿਹੜੀਆਂ 2-3 ਪੇਂਟਿੰਗਾਂ ਬਣਾਉਂਦਾ ਸੀ ਅਤੇ ਇਸੇ ਤਰ੍ਹਾਂ ਇਹ ਪੇਂਟਿੰਗਾਂ ਬਣਾਉਂਦਾ ਗਿਆ। ਅਤੇ ਮੈਂ ਤਕਰੀਬਨ ਇਹ 1987-88 ਤੋਂ ਸ਼ੁਰੂ ਕੀਤਾ ਸੀ ਅਤੇ ਮੈਂ ਫਿਰ ਇਹ ਪੂਰੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਸਾਰੇ ਜਿਹੜੇ ਚਿੱਤਰ ਬਣਾਏ। ਔਰ ਇਹਨਾਂ ਚਿੱਤਰਾਂ ਦੀ ਜਿਹੜੀ ਪ੍ਰਦਰਸ਼ਨੀ ਆ ਉਹ ਹਰ ਸਾਲ ਜਿਸ ਤਰ੍ਹਾਂ ਹੋਲੇ ਮਹੱਲੇ 'ਤੇ ਜਾਂ ਜਿਹੜਾ ਸਭਾ 'ਤੇ ਫਤਿਹਗੜ੍ਹ ਸਾਹਿਬ, ਮੁਕਤਸਰ ਸਾਹਿਬ, ਮਾਘੀ ਦੇ ਦਿਹਾੜੇ 'ਤੇ ਦਮਦਮਾ ਸਾਹਿਬ ਅਤੇ ਜਾਂ ਅੰਮ੍ਰਿਤਸਰ ਸਾਹਿਬ ਸਿੱਖ ਕੌਮ ਦੇ ਮੇਨ ਵੱਡੇ ਸਮਾਗਮਾਂ 'ਤੇ ਜਾ ਕੇ ਸਾਡੀ ਜਿਹੜੀ ਇੱਕ ਗਨੀ ਖਾਨ ਨਵੀਂ ਖਾਨ ਸੇਵਾ ਸੁਸਾਇਟੀ ਬਣੀ ਹੋਈ ਹੈ ਅਤੇ ਉਹ ਸਾਰੇ ਸੇਵਾਦਾਰ ਉੱਥੇ ਜਾ ਕੇ ਸੇਵਾ ਨਿਭਾਉਂਦੇ ਸੀ ਅਤੇ ਉੱਥੇ ਅਸੀਂ ਪ੍ਰਦਰਸ਼ਨੀ ਲਾ ਕੇ ਸਿੱਖ ਕੌਮ ਨੂੰ ਇਹ ਸਿੱਖ ਇਤਿਹਾਸ ਦੇ ਜਿਹੜਾ ਦਰਸ਼ਨ ਕਰਵਾਉਂਦੇ ਸੀ। ਤੁਸੀਂ ਕੇਵਲ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਜਿਹੜਾ ਇਹ ਚਲੋ ਮਾਰ ਗੋਬਿੰਦ ਹੈ ਜੋ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਜਾਂਦਾ, ਇਹਦੇ ਚਿੱਤਰ ਅਸੀਂ ਦੇਖੇ ਇਹੀ ਬਣਾਏ ਹੈ ਜਾਂ ਕੁਝ ਹੋਰ ਵੀ ਚਿੱਤਰ ਜਿਹੜੇ ਆ ਉਹ ਬਣਾਏ? ਹਾਂਜੀ, ਮੇਨ ਤਾਂ ਮੈਂ ਗੁਰੂ ਗੋਬਿੰਦ ਸਿੰਘ ਮਾਰਗ 'ਤੇ, ਪਰ ਇਹਦੇ ਨਾਲ ਮੈਂ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਕੰਟਰੀਆਂ ਵਿੱਚ ਜਾ ਕੇ ਉੱਥੇ ਦੇ ਅਜਾਇਬ ਘਰਾਂ ਦੇ ਵਿੱਚ ਸਿੱਖ ਇਤਿਹਾਸ ਨਾਲ ਜਿਹੜੇ ਸੰਬੰਧਿਤ ਚਿੱਤਰ ਬਣਾਏ। ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ ਸ਼ਹੀਦੀ ਦੀ ਜਿਹੜੀ ਪਰੰਪਰਾ ਗਾਥਾ ਉਹਦੇ ਨਾਲ ਸੰਬੰਧਿਤ ਚਿੱਤਰ ਵੀ ਬਣਾਏ ਨੇ। ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਇੱਥੇ ਜਿਹੜੇ ਇਹ ਚਿੱਤਰ ਬਣਾਏ, ਉੱਥੇ ਮੈਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਉੱਥੇ ਦੇ ਇਤਿਹਾਸ ਨਾਲ ਸੰਬੰਧਿਤ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਸ਼ਕਾਨ ਸੇਵਾ 'ਚ ਮੇਰਾ ਜਿਹੜਾ ਮਤਾ ਹੋਇਆ ਅਤੇ ਉਹ ਮੈਂ ਸਾਰੇ ਚਿੱਤਰ ਬਣਾਏ ਨੇ। ਅਤੇ ਜਲਦੀ ਉਹ ਸਾਰੇ ਚਿੱਤਰ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਜਾਇਬ ਘਰ ਵਿੱਚ ਲਾ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਕਿੰਨਾ ਕੁ ਸਮਾਂ ਤੁਸੀਂ ਰੋਜ਼ਾਨਾ ਚਿੱਤਰ ਬਣਾਉਣ ਦੇ ਵਿੱਚ ਲਗਾ ਦਿੰਦੇ ਹੋ? ਇਹਦੇ ਲਈ ਕੋਈ ਸਮਾਂ ਨਿਰਧਾਰਤ ਹੈ ਨਹੀਂ ਅਤੇ ਇਹਦੇ ਲਈ ਕਈ ਵਾਰ ਤਾਂ ਇਹ ਹੁੰਦਾ ਵੀ ਅਸੀਂ ਘੰਟਾ ਜੇ ਬੈਠਦੇ ਹਾਂ ਤਾਂ ਪਹਿਲਾਂ ਤਾਂ ਸ਼ੁਰੂ ਆ ਜਿਹੜਾ ਪਰਮੇਸ਼ਰ ਦਾ ਨਾਮ ਜਿਹੜਾ ਉਸ ਪਾਸੇ ਧਿਆਨ ਲੱਗਦਾ ਅਤੇ ਫਿਰ ਜਿਹੜਾ ਮੇਰਾ ਇਹ ਹੈ ਵੀ ਮੈਂ ਅਰਦਾਸ ਕਰਕੇ ਲੱਗਦਾ। ਅਤੇ ਪਹਿਲਾਂ ਤਾਂ ਮਨ ਬਣਾਉਣਾ ਪੈਂਦਾ ਜੀ। ਜਿਸ ਤਰ੍ਹਾਂ ਆਪਾਂ ਕੋਈ ਕਿਸੇ ਸਾਜ਼ ਦੀ ਸੈਟਿੰਗ ਕਰਦੇ ਹਾਂ ਤਾਂ ਸਾਨੂੰ ਜਿਹੜੇ ਮਨ ਦੀ ਇਹਦੀ ਵੀ ਇੱਕ ਸੈਟਿੰਗ ਕਰਨੀ ਪੈਂਦੀ ਆ। ਅਗਰ ਜੇ ਅਸੀਂ ਜਿਹੜੇ ਸਾਡੇ ਹੋਰ ਪਾਸੇ ਵੱਲ ਧਿਆਨ ਆ ਉਹਨੂੰ ਸੈਟਿੰਗ ਕਰਨ ਦੇ ਲਈ ਪਹਿਲਾਂ ਤਾਂ ਇਹ ਟਾਈਮ ਲੱਗਦਾ। ਉਸ ਤੋਂ ਬਾਅਦ ਵਿੱਚ ਜਿਹੜਾ ਸਮਾਂ ਹੈ ਨਾ ਉਹ ਤਾਂ ਫਿਰ ਇਹ ਨਹੀਂ ਪਤਾ ਵੀ 2 ਘੰਟੇ ਲੱਗਦੇ ਨੇ, 4 ਲੱਗਦੇ ਨੇ ਜਾਂ ਰਾਤ ਸਾਰੀ ਲੱਗ ਜਾਂਦੀ ਆ, ਕੋਈ ਪਤਾ ਹੀ ਨਹੀਂ ਲੱਗਦਾ। ਮੈਂ ਇਸ ਕਰਕੇ ਪੁੱਛ ਰਿਹਾ ਸੀ ਸਮੇਂ ਕਰਕੇ, ਕਿਉਂਕਿ ਪਰਿਵਾਰ ਹੋਏਗਾ, ਪਰਿਵਾਰ ਦੇ ਮੈਂਬਰ ਹੋਣਗੇ। ਉਸ ਜਦੋਂ ਤੁਸੀਂ ਪਰਿਵਾਰ ਤੋਂ ਬਾਹਰ ਰਹਿ ਕੇ ਸਾਰਾ ਸਮਾਂ ਚਿੱਤਰਾਂ ਦੇ ਵਿੱਚ ਬਣਾਉਂਦੇ ਹੋ ਤਾਂ ਪਰਿਵਾਰਕ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ? ਬਹੁਤ ਔਖਾ। ਜਿਹੜਾ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਜਿੰਨਾ ਕੁ ਗੁਜ਼ਾਰਾ ਰੋਜੀ ਰੋਟੀ ਵਾਲਾ ਉਹ ਪਹਿਲਾਂ ਹੀ ਸਭ ਕੁਝ ਦਿੱਤਾ ਹੋਇਆ ਅਤੇ ਅੱਗੇ ਵੀ ਚੱਲੀ ਜਾਂਦਾ। ਅਤੇ ਜਿਹੜਾ ਸਮਾਂ ਇਸ ਵਾਸਤੇ ਵੱਲ ਮੈਂ ਦੇ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸਾਰਾ। ਸੋ ਇਹ ਸਨ ਜਗਦੀਸ਼ ਸਿੰਘ ਬਰਾੜ ਜਿਨ੍ਹਾਂ ਨੇ ਸਿੱਖ ਮਿਊਜ਼ੀਅਮ ਜਿਹੜਾ ਹੈ ਉਹ ਤਿਆਰ ਕੀਤਾ ਹੈ। ਜਗਦੀਸ਼ ਸਿੰਘ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।
ਤੇ ਤੁਹਾਡਾ ਵੀ ਜਲੰਧਰ ਦੂਰਦਰਸ਼ਨ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।